ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਦਾ ਸ਼ਹੀਦੀ ਪੁਰਬ ਮਨਾ ਰਹੇ ਹਾਂ। ਇਸ ਜਿਨ੍ਹਾਂ ਨੂੰ ਕਿ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ। ਕਿਉਂ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ? ਕਿਉਂਕਿ ਦੁਨੀਆ 'ਤੇ ਬਹੁਤ ਸ਼ਹੀਦੀਆਂ ਹੋਈਆਂ, ਕਈ ਧਰਮੀ ਪੁਰਖਾਂ ਦੀਆਂ ਸ਼ਹੀਦੀਆਂ ਵੀ ਹੋਈਆਂ, ਪਰ ਜਿਸ ਤਰੀਕੇ ਨਾਲ ਇਤਨੇ ਤਸੀਹੇ ਸਹਿੰਦਿਆਂ ਹੋਇਆਂ ਵੀ ਤਤੀ ਤਵੀ 'ਤੇ ਬੈਠ ਕੇ ਵੀ ਗੁਰੂ ਅਰਜਨ ਦੇਵ ਜੀ ਨੇ ਉਸ ਅਕਾਲ ਪੁਰਖ ਦਾ ਪਾਣਾ ਮਿੱਠਾ ਕਰਕੇ ਮੰਨਿਆ, ਉਹ ਦੁਨੀਆ ਦੇ ਵਿੱਚ ਇੱਕ ਅਜੀਬ, ਇੱਕ ਅਨੋਖੀ ਮਿਸਾਲ ਹੈ, ਜਿਸ ਦਾ ਸਾਨੀ ਅੱਜ ਤੱਕ ਕੋਈ ਹੋ ਨਹੀਂ ਸਕਿਆ। ਮਹਾਰਾਜ ਕਹਿ ਰਹੇ ਨੇ, ਤੇਰਾ ਕੀਆ ਮਿੱਠਾ ਲਾਗੇ। ਹੁਕਮ ਅਕਾਲ ਪੁਰਖ ਦਾ ਹੱਸ ਕੇ ਮੰਨ ਰਹੇ ਨੇ, ਖਿੜੇ ਮੱਥੇ ਮੰਨ ਰਹੇ ਨੇ। ਮੰਨਦੇ ਅਸੀਂ ਵੀ ਹਾਂ, ਜੋ ਹੋਣਾ ਉਹ ਹੋ ਕੇ ਰਹਿਣਾ। ਉਸ ਅਕਾਲ ਪੁਰਖ ਦੇ ਪਾਣੇ ਵਿੱਚ ਰਹਿਣਾ ਸਾਡਾ ਫਰਜ਼ ਹੈ। ਅਸੀਂ ਵੀ ਮੰਨਦੇ ਹਾਂ, ਪਰ ਬੜੀ ਮਜਬੂਰੀ ਵਿੱਚ। ਨਾਲ ਇਹ ਕਹਿੰਦੇ ਹਾਂ, ਕੀ ਕਰੀਏ, ਮੰਨਣਾ ਹੀ ਪਏਗਾ, ਬੜੀ ਮਜਬੂਰੀ ਹੈ, ਕੁਝ ਕਰ ਨਹੀਂ ਸਕਦੇ ਤਾਂ ਫਿਰ ਅਸੀਂ ਮੰਨਣਾ ਹੀ ਹੈ ਨਾ। ਪਰ ਗੁਰੂ ਅਰਜਨ ਦੇਵ ਜੀ ਨੇ ਬਿਲਕੁਲ ਇਹ ਨਹੀਂ ਕਿਹਾ। ਉਹਨਾਂ ਨੇ ਕਿਹਾ ਜੋ ਕੁਝ ਹੋ ਰਿਹਾ ਉਹ ਬਹੁਤ ਮਿੱਠਾ ਉਸ ਗੁਰੂ ਦੇ ਹੁਕਮ ਵਿੱਚ ਹੋ ਰਿਹਾ। ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਅਤੇ ਕਿਉਂ ਅੰਦਰੋਂ, ਕਿਉਂ ਉਹਨਾਂ ਦੀ ਸ਼ਾਂਤੀ ਸੀ, ਕਿਉਂ ਠੰਡਕ ਸੀ, ਉਹਨਾਂ ਦੀ ਆਤਮਾ ਕਿਉਂ ਠੰਡੀ ਸੀ? ਕਿਉਂਕਿ ਉਹਨਾਂ ਨੂੰ ਗੁਰੂ ਹਰ ਵਕਤ ਸਵਾਸ ਸਵਾਸ ਉਹਨਾਂ ਨੇ ਗੁਰੂ ਦਾ ਸਿਮਰਨ ਕੀਤਾ ਸੀ, ਉਹਨਾਂ ਦੇ ਅੰਦਰ ਸ਼ਾਂਤੀ ਸੀ। ਇਸ ਕਰਕੇ ਉਹਨਾਂ ਨੇ ਕਿਹਾ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਉਸ ਦਾ ਸਿਮਰਨ ਕਰਦੇ ਰਹੇ ਅਤੇ ਉਹ ਸ਼ਹੀਦੀ ਪਾ ਗਏ। ਉਹਨਾਂ ਦੀ ਸ਼ਹੀਦੀ ਦੁਨੀਆ ਦੇ ਇੱਕ ਬਿਲਕੁਲ ਅਨੋਖੀ ਮਿਸਾਲ ਹੈ। ਪਰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਤਨੇ ਤਸੀਹੇ ਕਿਉਂ ਦਿੱਤੇ ਗਏ ਉਹਨਾਂ ਨੂੰ? ਇਤਨੀਆਂ ਸਖਤ ਸਜ਼ਾਵਾਂ ਕਿਸ ਨੂੰ ਦਿੱਤੀਆਂ ਜਾਂਦੀਆਂ ਸੀ? ਜਿਹੜਾ ਕੋਈ ਕਸੂਰ ਕਰੇ, ਜਿਸ ਨੇ ਕੋਈ ਕ੍ਰਾਈਮ ਕੀਤਾ ਹੋਵੇ। ਪਰ ਉਹਨਾਂ ਨੇ ਤਾਂ ਕੋਈ ਐਸਾ ਕੰਮ ਨਹੀਂ ਕੀਤਾ ਸੀ। ਉਹ ਤਾਂ ਧਰਮੀ ਪੁਰਖ ਸਨ। ਉਹਨਾਂ ਨੇ ਤਾਂ ਸਾਰੀ ਦੁਨੀਆ ਨੂੰ ਤਾਰਨ ਵਾਸਤੇ ਉਹਨਾਂ ਨੇ ਗੁਰਬਾਣੀ ਦਾ ਪ੍ਰਚਾਰ ਕੀਤਾ, ਬੜੇ ਵੱਡੇ ਵੱਡੇ ਕੰਮ ਕੀਤੇ। ਅਤੇ ਉਹਨਾਂ ਨੂੰ ਇਹ ਸ਼ਹੀਦੀ ਦੀ ਲੋੜ, ਇਹ ਸ਼ਹੀਦੀ ਕਿਉਂ ਉਹਨਾਂ ਨੂੰ ਸਹਿਣੀ ਪਈ? ਇਹ ਬੜੀ ਸੋਚਣ ਵਾਲੀ ਗੱਲ ਹੈ। ਸੋ ਅਸੀਂ ਜੇ ਥੋੜ੍ਹਾ ਸਮਾਂ ਲਗਾ ਕੇ ਇਤਿਹਾਸ ਦੇ ਪੰਨੇ ਫੋਲੀਏ ਤਾਂ ਸਾਨੂੰ ਬੜੇ ਸਾਰੇ ਕਾਰਨ ਲੱਭਦੇ ਨੇ। ਇਤਿਹਾਸ ਵਿੱਚ ਸਾਨੂੰ ਬਹੁਤ ਸਾਰੇ ਕਾਰਨ ਲੱਭਦੇ ਨੇ, ਜਿਨ੍ਹਾਂ ਕਾਰਨਾਂ ਕਰਕੇ ਇਹ ਸ਼ਹੀਦੀ ਦੀ ਨੌਬਤ ਆਈ। ਸੋ ਮੈਂ ਥੋੜ੍ਹਾ ਜਿਹਾ ਇਤਿਹਾਸ ਵਿੱਚ ਪਿੱਛੇ ਜਾਣਾ ਚਾਹਾਂਗੀ ਕਿ ਉਸ ਵਕਤ ਰਾਜ ਜਹਾਂਗੀਰ ਦਾ ਸੀ। ਲੇਕਿਨ ਗੱਲ ਥੋੜ੍ਹੀ ਜਿਹੀ ਹੋਰ ਪਿੱਛੋਂ ਸ਼ੁਰੂ ਹੁੰਦੀ ਹੈ ਕਿ ਅਕਬਰ ਦੇ ਜ਼ਮਾਨੇ ਵਿੱਚ, ਅਕਬਰ ਦੇ ਮਨ ਵਿੱਚ ਇਹ ਸੀ ਕਿ ਉਸਨੂੰ ਜਹਾਂਗੀਰ ਦੀਆਂ ਆਦਤਾਂ ਪਸੰਦ ਨਹੀਂ ਸੀ, ਆਪਣੇ ਪੁੱਤਰ ਦੀਆਂ, ਔਰ ਉਹ ਆਪਣੇ ਪੋਤਰੇ ਖੁਸਰੋ ਨੂੰ ਰਾਜ ਦੇਣਾ ਚਾਹੁੰਦਾ ਸੀ। ਲੇਕਿਨ ਜਹਾਂਗੀਰ ਚਾਹੁੰਦਾ ਸੀ ਕਿ ਮੈਂ ਕਿਸੇ ਵੀ ਤਰੀਕੇ, ਕਿਸੇ ਵੀ ਹੀਲੇ ਮੈਂ ਇਹ ਰਾਜ ਪ੍ਰਾਪਤ ਕਰਨਾ, ਮੈਂ ਰੱਦੀ ਦੇ ਉੱਤੇ ਬੈਠਣਾ। ਸੋ ਉਸਨੇ ਕੀ ਕੀਤਾ, ਉਸ ਵਕਤ ਅਕਬਰ ਦੇ ਦਰਬਾਰ ਵਿੱਚ ਇੱਕ ਸ਼ੇਖ ਅਹਿਮਦ ਸਰਹੰਦੀ ਨਾਮ ਦਾ ਮੁਸਲਮਾਨ ਸੀ, ਜਿਹੜਾ ਕਿ ਇਸਲਾਮ ਦਾ ਪ੍ਰਚਾਰਕ ਸੀ। ਉਹ ਜਨੂਨੀ ਸੀ। ਉਸਦੇ ਮਨ ਵਿੱਚ ਸਿਰਫ ਇਹੀ ਸੀ, ਮੈਂ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਰਾਜ ਦੇ ਵਿੱਚ ਸਭ ਨੂੰ ਮੁਸਲਮਾਨ ਬਣਾ ਲੈਣਾ। ਸੋ ਜਹਾਂਗੀਰ ਨੇ ਉਸਦੇ ਨਾਲ ਗੰਢ ਤੁਪ ਕਰ ਲਈ ਅਤੇ ਉਸਨੂੰ ਇਹ ਕਿਹਾ ਕਿ ਤੂੰ ਰਾਜ ਦਿਵਾਉਣ ਵਿੱਚ ਮੇਰੀ ਸਹਾਇਤਾ ਕਰ। ਜਦੋਂ ਮੈਂ ਰਾਜ 'ਚ ਬੈਠਾਂਗਾ ਅਤੇ ਮੈਂ ਆਪਣਾ ਇਸਲਾਮ ਧਰਮ ਦੀ ਤਰੱਕੀ ਵਾਸਤੇ ਜੋ ਤੂੰ ਕਹੇਂਗਾ ਉਹ ਮੈਂ ਕਰਾਂਗਾ। ਠੀਕ ਹੈ, ਵਕਤ ਆਇਆ, ਜਹਾਂਗੀਰ ਬਾਦ ਗੱਦੀ 'ਤੇ ਬੈਠ ਗਿਆ। ਲੇਕਿਨ ਉਹ ਬੜਾ ਕੰਨਾਂ ਦਾ ਕੱਚਾ ਸੀ, ਕੰਨਾਂ ਦਾ ਬਹੁਤ ਕੱਚਾ ਸੀ। ਦੂਸਰੀ ਗੱਲ, ਕਿਉਂਕਿ ਅਕਬਰ ਚਾਹੁੰਦਾ ਸੀ ਖੁਸਰੋ ਨੂੰ ਰਾਜ ਦੇਣਾ, ਸੋ ਖੁਸਰੋ ਨੇ ਬਗਾਵਤ ਕਰ ਦਿੱਤੀ। ਜਦੋਂ ਖੁਸਰੋ ਨੇ ਬਗਾਵਤ ਕੀਤੀ ਅਤੇ ਉਸ ਸਰਹੰਦੀ ਨੂੰ ਮੌਕਾ ਮਿਲ ਗਿਆ। ਉਸਨੇ ਜਹਾਂਗੀਰ ਨੂੰ ਭੜਕਾਇਆ ਕਿ ਇਹ ਦੇਖ ਲੈ, ਖੁਸਰੋ ਦੀ ਸਹਾਇਤਾ ਸਿੱਖਾਂ ਦੇ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ ਅਤੇ ਉਹ ਦੇਖ ਲੈ, ਉਸੇ ਤੇਰੇ ਅਗੇਂਸਟ ਬਗਾਵਤ ਕਰ ਦਿੱਤੀ ਹੈ। ਸੁਣ ਕੇ ਅੱਗ ਬਬੂਲਾ ਹੋ ਗਿਆ ਜਹਾਂਗੀਰ। ਦਿਲ ਵਿੱਚ ਇੱਕ ਜ਼ਹਿਰ ਦਾ ਬੀਜ ਪੈ ਗਿਆ ਕਿ ਸਿੱਖ ਮੇਰੇ ਦੁਸ਼ਮਣ ਹਨ। ਸੋ ਇੱਕ ਸਭ ਤੋਂ ਵੱਡਾ ਕਾਰਨ ਤਾਂ ਇਹੀ ਸੀ। ਦੂਸਰੀ ਗੱਲ ਕਿ ਸਿੱਖੀ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਹਿੰਦੂਆਂ, ਮੁਸਲਮਾਨਾਂ ਸਭ ਦੇ ਮਨ ਵਿੱਚ ਈਰਖਾ ਸੀ। ਉਸ ਵਕਤ ਸਿੱਖੀ ਦੀ ਬਹੁਤ ਚੜ੍ਹਦੀ ਕਲਾ ਸੀ। ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਬਣ ਚੁੱਕਿਆ ਸੀ ਸਿੱਖੀ ਦਾ ਕੇਂਦਰ, ਔਰ ਸੰਗਤਾਂ ਬੜੀ ਦੂਰੋਂ ਦੂਰੋਂ ਆਉਂਦੀਆਂ ਸਨ। ਸੋ ਜਦੋਂ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਤੋਂ ਬਾਅਦ ਤਰਨ ਤਾਰਨ ਦਾ ਸ਼ਹਿਰ ਵਸਾਇਆ, ਉੱਥੇ ਦੇ ਰਹਿਣ ਵਾਲੇ ਬਹੁਤ ਸਾਰੇ ਮੁਸਲਮਾਨਾਂ ਨੇ ਸਿੱਖੀ ਧਾਰਨ ਕਰ ਲਈ। ਸੋ ਉਸ ਸਰਹੰਦੀ ਨੂੰ ਫਿਰ ਮੌਕਾ ਮਿਲਿਆ। ਉਸਨੇ ਕਿਹਾ ਕਿ ਇਸ ਤਰ੍ਹਾਂ ਨਾਲ ਸਾਰੇ ਮੁਸਲਮਾਨ ਅਤੇ ਸਿੱਖ ਬਣਦੇ ਜਾਣਗੇ ਅਤੇ ਸਾਡੇ ਧਰਮ ਨੂੰ ਬਹੁਤ ਵੱਡਾ ਖਤਰਾ ਹੋ ਜਾਏਗਾ। ਸੋ ਉਸਨੇ ਅੱਗ ਦੇ ਉੱਤੇ ਤੇਲ ਪਾਉਣ ਦਾ ਹੋਰ ਕੰਮ ਕੀਤਾ ਅਤੇ ਜਹਾਂਗੀਰ ਨੂੰ ਭੜਕਾਉਣਾ ਸ਼ੁਰੂ ਕੀਤਾ, ਜੋ ਕਿ ਆਲਰੇਡੀ ਕੰਨਾਂ ਦਾ ਬੜਾ ਕੱਚਾ ਸੀ। ਉਹ ਦਿਮਾਗ ਦੇ ਵਿੱਚ ਇੱਕ ਗਲਤਫਹਿਮੀ ਲੈ ਕੇ ਬੈਠ ਗਿਆ ਸੀ ਕਿ ਸਿੱਖ ਜਿਹੜੇ ਨੇ ਉਹ ਮੇਰੇ ਦੁਸ਼ਮਣ ਨੇ। ਦੂਸਰਾ ਕਾਰਨ, ਉਸਦੇ ਦਰਬਾਰ ਵਿੱਚ ਇੱਕ ਦਰਬਾਰੀ ਸੀ, ਜਿਸ ਦਾ ਨਾਮ ਸੀ ਬੀਰਬਲ। ਹੁਣ
ਗੁਰੂ ਮਹਾਰਾਜ ਦੀ ਸਿੱਖੀ ਦਾ ਪ੍ਰਚਾਰ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਸਭ ਵਾਸਤੇ ਚੱਲ ਰਿਹਾ ਸੀ। ਬ੍ਰਾਹਮਣ ਵੀ ਬੜੇ ਪਰੇਸ਼ਾਨ ਸਨ ਕਿ ਇਹਨਾਂ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਸਾਡੇ ਧਰਮ ਨੂੰ ਖਤਰਾ ਹੋ ਰਿਹਾ। ਸੋ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਇਸ ਜਾ ਕੇ ਬੀਰਬਲ ਨੂੰ ਅਪਰੋਚ ਕਰੀਏ, ਕਿਉਂਕਿ ਬੀਰਬਲ ਦੀ ਰਾਜ ਵਿੱਚ ਬਹੁਤ ਚਲਦੀ ਸੀ, ਉਹ ਬੜਾ ਫੇਵਰੇਟ ਸੀ, ਉਸਦੀ ਬੜੀ ਚਲਦੀ ਸੀ। ਉਹਨਾਂ ਨੇ ਸੋਚਿਆ ਕਿ ਅਸੀਂ ਜਾ ਕੇ ਬੀਰਬਲ ਨੂੰ ਅਪਰੋਚ ਕਰੀਏ ਕਿ ਉਹ ਸਾਡੀ ਕੋਈ ਸਹਾਇਤਾ ਕਰੇ। ਅਸਲ ਵਿੱਚ ਬੀਰਬਲ ਇੱਕ ਬ੍ਰਾਹਮਣ ਦਾ ਪੁੱਤਰ ਸੀ ਅਤੇ ਉਸਦਾ ਨਾਮ ਸੀ ਮਹੇਸ਼ ਦਾਸ, ਅਤੇ ਉਹ ਮਰਾਠਿਆਂ ਦੇ ਦਰਬਾਰ ਵਿੱਚ ਮਨੋਰੰਜਨ ਕਰਨ ਦਾ ਕੰਮ ਕਰਦਾ ਸੀ। ਰਾਜ ਦਰਬਾਰ ਵਿੱਚ ਬੈਠ ਕੇ ਚੁਟਕਲੇ ਸੁਣਾਉਣੇ, ਹਸਾਉਣਾ, ਲੋਕਾਂ ਨੂੰ ਖੁਸ਼ ਕਰਨਾ, ਸੋ ਬੜਾ ਪਾਪੂਲਰ ਸੀ। ਹੁਣ ਮਰਾਠਿਆਂ ਨੇ ਜਦੋਂ ਸੋਚਿਆ ਕਿ ਅਸੀਂ ਮੁਗਲਾਂ ਦੇ ਨਾਲ ਆਪਣੀ ਦੋਸਤੀ ਕਰ ਲਈਏ, ਅਤੇ ਉਹਨਾਂ ਨੇ ਕੀ ਕੀਤਾ, ਆਪਣੀ ਇੱਕ ਬੇਟੀ ਦੀ ਸ਼ਾਦੀ ਅਕਬਰ ਦੇ ਨਾਲ ਕਰ ਦਿੱਤੀ। ਸੋ ਉਸ ਸ਼ਾਦੀ ਦੇ ਵਿੱਚ ਇਸ ਮਹੇਸ਼ ਦਾਸ ਨੂੰ ਦਾਜ ਦੇ ਰੂਪ ਵਿੱਚ ਨਾਲ ਭੇਜਿਆ ਗਿਆ ਕਿ ਬੱਚੀ ਦਾ ਦਿਲ ਲਗਾਉਣ ਵਾਸਤੇ ਇਸ ਨੂੰ ਨਾਲ ਦੇ ਦਿੱਤਾ ਜਾਏ। ਸੋ ਉੱਥੋਂ ਉਹ ਆ ਗਿਆ ਅਕਬਰ ਦੇ ਦਰਬਾਰ ਵਿੱਚ। ਸੋ ਅਕਬਰ ਨੇ ਸਭ ਤੋਂ ਪਹਿਲੇ ਤਾਂ ਉਹਦਾ ਧਰਮ ਬਦਲ ਕੇ ਉਸਦਾ ਨਾਮ ਰੱਖਿਆ ਬੀਰਬਲ। ਔਰ ਉਹ ਬੜਾ ਹੀ ਵਿਟੀ ਸੀ, ਬੜਾ ਹੀ ਇੰਟੈਲੀਜੈਂਟ ਸੀ, ਔਰ ਬੜਾ ਐਂਟਰਟੇਨ ਕਰਨ ਵਾਲਾ ਬੰਦਾ ਸੀ। ਸੋ ਉਸਨੇ ਆਪਣੀ ਅਕਲ ਦੇ ਨਾਲ ਅਕਬਰ ਦਾ ਦਿਲ ਜਿੱਤ ਲਿਆ ਅਤੇ ਦਰਬਾਰ ਦੇ ਵਿੱਚ ਵੀ ਬੜੀ ਸਾਰੀ ਇੱਜ਼ਤ ਪ੍ਰਾਪਤ ਕਰ ਲਈ। ਹੁਣ ਬ੍ਰਾਹਮਣ ਜਿਹੜੇ ਦੁਖੀ ਸਨ, ਕਿਉਂਕਿ ਗੁਰੂ ਅਰਜਨ ਦੇਵ ਜੀ ਸੰਗਤ ਵਿੱਚ ਗੁਰੂ ਨਾਨਕ ਦੇ ਅਸੂਲਾਂ ਦਾ ਪ੍ਰਚਾਰ ਕਰਦੇ ਸਨ, ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢਦੇ ਸਨ, ਅਤੇ ਬ੍ਰਾਹਮਣਾਂ ਦੀ ਰੋਜ਼ੀ ਰੋਟੀ ਤਾਂ ਇਸੇ ਚੀਜ਼ 'ਤੇ ਚੱਲਦੀ ਸੀ, ਲੋਕਾਂ ਨੂੰ ਭਰਮਾਂ 'ਚ ਪਾਉਣਾ ਅਤੇ ਫਿਰ ਉਹਨਾਂ ਨੂੰ ਕਹਿਣਾ ਕਿ ਹਾਂ ਤੁਸੀਂ ਇਹ ਪੂਜਾ ਕਰਾਓ, ਤੁਸੀਂ ਇਹ ਪਾਠ ਕਰਾਓ, ਅਤੇ ਫਿਰ ਉਹਨਾਂ ਕੋਲ ਦਾਨ ਦਕਸ਼ਨਾ ਲੈਣੀ। ਸੋ ਉਹਨਾਂ ਨੂੰ ਬੜਾ ਖਤਰਾ ਸੀ ਕਿ ਸਾਰੇ ਹਿੰਦੂ ਵੀ ਜੇ ਇਹਨਾਂ 'ਚੋਂ ਨਿਕਲ ਜਾਣਗੇ ਤਾਂ ਸਾਡੀ ਰੋਜ਼ੀ ਰੋਟੀ ਤੋਂ ਖਤਰਾ ਹੋ ਜਾਏਗਾ। ਸੋ ਕਿਸੇ ਬ੍ਰਾਹਮਣ ਨੇ ਸੁਜੈਸਟ ਕੀਤਾ ਕਿ ਬੀਰਬਲ ਹੈ ਤਾਂ ਬ੍ਰਾਹਮਣ ਦਾ ਪੁੱਤਰ ਹੀ ਨਾ, ਚਲੋ ਅਸੀਂ ਕਿ ਉਹਨੂੰ ਜਾ ਕੇ ਮਿਲਦੇ ਹਾਂ। ਉਸ ਨੂੰ ਜਦੋਂ ਮਿਲੇ ਉਹਦੇ ਆਪਣਾ ਰੋਣਾ ਰੋਇਆ। ਸੋ ਬੀਰਬਲ ਨੇ ਵੀ ਕੀ ਕੀਤਾ, ਹੋਰ ਜਹਾਂਗੀਰ ਦੇ ਕੰਨ ਹੋਰ ਜ਼ਿਆਦਾ ਭਰਨੇ ਸ਼ੁਰੂ ਕਰ ਦਿੱਤੇ, ਅਤੇ ਉਸ ਦੇ ਨਾਲ ਸਾਥ ਦਿੱਤਾ ਚੰਦੂ ਨੇ। ਹੁਣ ਸਾਧ ਸੰਗਤ ਜੀ, ਆਪ ਨੂੰ ਪਹਿਲੇ ਵੀ ਗੱਲ ਯਾਦ ਹੋਏਗੀ ਕਿ ਚੰਦੂ ਕੌਣ ਸੀ। ਚੰਦੂ ਦੀ ਬੇਟੀ ਦਾ ਰਿਸ਼ਤਾ ਆਇਆ ਸੀ ਗੁਰੂ ਹਰਗੋਬਿੰਦ ਸਾਹਿਬ ਵਾਸਤੇ, ਅਤੇ ਸੰਗਤ ਨੇ ਉਸ ਰਿਸ਼ਤੇ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ, ਅਤੇ ਗੁਰੂ ਮਹਾਰਾਜ ਨੇ ਸੰਗਤ ਦਾ ਹੁਕਮ ਮੰਨਦਿਆਂ ਹੋਇਆਂ ਉਹ ਰਿਸ਼ਤਾ ਪ੍ਰਵਾਨ ਨਹੀਂ ਸੀ ਕੀਤਾ। ਸੋ ਚੰਦੂ ਦਿਲ ਦੇ ਵਿੱਚ ਬੜਾ ਹੀ ਬਦਲਾ ਲੈਣ ਦਾ ਮੌਕਾ ਚਾਹੁੰਦਾ ਸੀ ਕਿ ਕਿਸੇ ਤਰੀਕੇ ਮੈਂ ਇਹਨਾਂ ਨੂੰ ਮਜ਼ਾ ਚਖਾਵਾਂ ਕਿ ਮੇਰੀ ਬੇਟੀ ਦਾ ਰਿਸ਼ਤਾ ਇਹਨਾਂ ਨੇ ਮੋੜ ਦਿੱਤਾ। ਸੋ ਜਦੋਂ ਬੀਰਬਲ ਜਹਾਂਗੀਰ ਨੂੰ ਭੜਕਾਉਂਦਾ ਸੀ ਸਿੱਖਾਂ ਦੇ ਅਗੇਂਸਟ, ਔਰ ਆਪਣੇ ਬ੍ਰਾਹਮਣਾਂ ਨੂੰ, ਆਪਣੇ ਪੁਰਖਿਆਂ ਨੂੰ, ਸਾਰਿਆਂ ਨੂੰ ਖੁਸ਼ ਕਰਦਾ ਸੀ, ਅਤੇ ਉਸ ਵਕਤ ਚੰਦੂ ਵੀ ਨਾਲ ਮਿਲ ਜਾਂਦਾ ਸੀ ਉਸ ਅੱਗ ਵਿੱਚ ਤੇਲ ਪਾਉਣ ਵਾਸਤੇ। ਚੰਦੂ ਨੇ ਵੀ ਇਹੀ ਕੰਮ ਕੀਤਾ ਕਿ ਹਾਂ ਬਾਦਸ਼ਾਹ ਸਲਾਮਤ, ਤੁਸੀਂ ਸਮਝਦੇ ਨਹੀਂ, ਇਹ ਜਿਹੜੇ ਸਿੱਖ ਨੇ ਨਾ, ਇਹ ਤੁਹਾਡੇ ਵਾਸਤੇ ਖਤਰਾ ਹੈ, ਇਹਨਾਂ ਦਾ ਗੁਰੂ ਜਿਹੜਾ ਇਸ ਨੂੰ ਖਤਮ ਕਰ ਦੇਣਾ ਚਾਹੀਦਾ। ਸੋ ਹੌਲੀ ਕਰਦਿਆਂ ਜਹਾਂਗੀਰ ਦੇ ਮਨ ਵਿੱਚ ਨਫ਼ਰਤ ਜਿਹੜਾ ਉਹ ਬਹੁਤ ਵੱਧਦੀ ਗਈ। ਅਤੇ ਇੱਕ ਹੋਰ ਬਹੁਤ ਵੱਡਾ ਕਾਰਨ ਕੀ ਬਣਿਆ, ਗੁਰੂ ਅਰਜਨ ਦੇਵ ਮਹਾਰਾਜ ਉਸ ਵਕਤ ਆਦਿ ਬੀੜ ਦੀ ਸੰਪਾਦਨਾ ਕਰ ਰਹੇ ਸਨ। ਉਹ ਪਤਾ ਲੱਗਿਆ ਕਿ ਉਹ ਉਸ ਦੇ ਵਿੱਚ ਗੁਰੂਆਂ ਦੀ ਬਾਣੀ ਨਾਲ ਭਗਤਾਂ ਦੀ ਬਾਣੀ ਵੀ ਸ਼ਾਮਲ ਕਰ ਰਹੇ ਨੇ। ਸੋ ਜਹਾਂਗੀਰ ਨੂੰ ਕਿਸੇ ਨੇ ਭੜਕਾਇਆ ਕਿ ਤੁਸੀਂ ਵੀ ਜਹਾਂਗੀਰ ਵੀ ਪੜ੍ਹਿਆ ਲਿਖਿਆ ਸੀ, ਵਿਦਵਾਨ ਸੀ, ਕਵਿਤਾ ਕਰਦਾ ਸੀ, ਉਸਨੇ ਤੋਜ਼ੀਕ-ਏ ਜਹਾਂਗੀਰੀ ਨਾਮ ਦੀ ਆਪਣੀ ਕਿਤਾਬ ਲਿਖੀ ਹੈ। ਸੋ ਉਸਨੇ ਆਪਣੀ ਕਿਤਾਬ ਭੇਜੀ ਕਿ ਤੁਸੀਂ ਮੇਰੇ ਕਲਾਮ ਨੂੰ ਵੀ ਆਪਣੇ ਗ੍ਰੰਥ ਵਿੱਚ ਲਿਖ ਲਓ, ਅਤੇ ਮਹਾਰਾਜ ਨੇ ਉਸ ਗੱਲ ਨੂੰ ਨਹੀਂ ਮੰਨਿਆ। ਉਹਨਾਂ ਨੇ ਕਿਹਾ ਇੱਥੇ ਸਿਰਫ ਅਕਾਲ ਪੁਰਖ ਦੀ ਉਸਤਤ ਹੈ ਔਰ ਸਿਰਫ ਸੱਚਾਈ ਹੈ, ਇਸ ਗ੍ਰੰਥ ਵਿੱਚ ਉਹ ਨਹੀਂ ਹੋ ਸਕਦਾ। ਉਸਨੇ ਵਾਪਸ, ਬਾਦਸ਼ਾਹਾਂ ਨੂੰ ਨਾ ਸੁਣਨ ਦੀ ਆਦਤ ਨਹੀਂ ਹੁੰਦੀ, ਉਸਨੇ ਵਾਪਸ ਫਿਰ ਦੁਬਾਰਾ ਸੁਨੇਹਾ ਭੇਜਿਆ ਕਿ ਚਲੋ ਠੀਕ ਹੈ, ਜੇ ਤੁਸੀਂ ਇਹ ਨਹੀਂ ਲਿਖਣਾ ਤਾਂ ਤੁਸੀਂ ਆਪਣੇ ਆਪ ਮੇਰੀ ਤਾਰੀਫ ਵਿੱਚ ਕੁਝ ਲਿਖ ਕੇ ਅਤੇ ਆਪਣੇ ਗ੍ਰੰਥ ਵਿੱਚ ਐਡ ਕਰ ਲਓ। ਮਹਾਰਾਜ ਨੇ ਉਹ ਗੱਲ ਵੀ ਨਹੀਂ ਮੰਨੀ। ਫਿਰ ਮਹਾਰਾਜ ਨੇ ਕਿਹਾ ਕਿ ਇਸ ਗ੍ਰੰਥ ਵਿੱਚ ਕਿਸੇ ਵੀ ਇੰਡੀਵਿਜੂਅਲ, ਕਿਸੇ ਵੀ ਬੰਦੇ ਦੀ ਤਾਰੀਫ ਨਹੀਂ ਕੀਤੀ ਜਾ ਸਕਦੀ, ਸਿਰਫ ਅਕਾਲ ਪੁਰਖ ਦੀ ਉਸਤਤ ਕੀਤੀ ਜਾ ਸਕਦੀ ਹੈ, ਔਰ ਉਹ ਬਾਣੀ ਦਰਜ ਕੀਤੀ ਜਾਏਗੀ ਜਿਹੜੀ ਸੱਚਾਈ ਦੀ ਕਸੌਟੀ 'ਤੇ ਖਰੀ ਉਤਰੇਗੀ। ਸੋ ਇਹ ਇੱਕ ਕਾਰਨ ਹੋਰ ਬਣ ਗਿਆ ਉਸਦੇ ਗੁੱਸੇ ਨੂੰ ਵਧਾਉਣ ਵਾਸਤੇ। ਸੋ ਇਹ ਸਾਰੇ ਕਾਰਨ ਬਣੇ, ਅਤੇ ਉਸਨੇ ਇੱਕ ਦਿਨ ਹੁਕਮ ਦੇ ਦਿੱਤਾ ਕਿ ਸਿੱਖਾਂ ਦੇ ਗੁਰੂ ਨੂੰ ਗ੍ਰਿਫਤਾਰ ਕਰਕੇ ਅਤੇ ਲਾਹੌਰ ਲਿਆਂਦਾ ਜਾਏ। ਸੋ ਹੁਕਮ ਜਦੋਂ ਪਹੁੰਚਿਆ, ਸੰਗਤ ਦੇ ਵਿੱਚ ਬੜੀ ਨਿਰਾਸ਼ਾ ਦੀ ਲਹਿਰ, ਜਿਹੜੀ ਸੀ ਉਦਾਸੀ ਦੀ ਲਹਿਰ ਹੋ ਗਈ ਕਿ ਇਹ ਕੀ ਹੋਏਗਾ, ਹੁਣ ਤਾਂ ਟੱਕਰ ਕਿਸੇ ਨਾਲ ਹੋ ਗਈ, ਬਾਦਸ਼ਾਹ ਨਾਲ ਟੱਕਰ ਹੋ ਗਈ। ਪਰ ਗੁਰੂ ਮਹਾਰਾਜ ਬਿਲਕੁਲ ਨਹੀਂ ਡੋਲੇ, ਬਿਲਕੁਲ ਨਹੀਂ ਘਬਰਾਏ। ਉਹਨਾਂ ਨੇ ਦੂਰ ਦੀ ਸੋਚ ਕੇ, ਬਹੁਤ ਦੂਰ ਦੀ ਉਹਨਾਂ ਨੇ ਸੋਚੀ, ਦੂਰ ਦ੍ਰਿਸ਼ਟੀ ਨਾਲ ਸਭ ਤੋਂ ਪਹਿਲਾ ਕੰਮ ਇਹ ਕੀਤਾ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਦੇ ਉੱਤੇ ਬਿਠਾਇਆ। ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਗੱਦੀ ਦੀ ਬਖਸ਼ਿਸ਼ ਕੀਤੀ, 6ਵੀਂ ਪਾਤਸ਼ਾਹੀ ਉਹਨਾਂ ਨੂੰ ਥਾਪ ਕੇ, ਉਸ ਤੋਂ ਬਾਅਦ ਉਹ ਫਿਰ ਲਾਹੌਰ ਜਾਂਦੇ ਨੇ। ਫਿਰ ਸਭ ਨੂੰ ਪਤਾ ਹੈ, ਹਰ ਸਾਲ ਅਸੀਂ ਸੁਣਦੇ ਹਾਂ ਉਹ ਕਿਤਨੇ ਤਸੀਹੇ ਗੁਰੂ ਮਹਾਰਾਜ ਨੂੰ ਦਿੱਤੇ ਗਏ। ਬੜੀ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਨੂੰ
ਕਿ ਤੁਸੀਂ ਆਪਣਾ ਧਰਮ ਦਾ ਪ੍ਰਚਾਰ ਕਰਨਾ ਛੱਡ ਦਿਓ ਅਤੇ ਤੁਸੀਂ ਇਸਲਾਮ ਕਬੂਲ ਕਰ ਲਓ। ਪਰ ਗੁਰੂ ਮਹਾਰਾਜ ਕਿਸੇ ਹਾਲਤ ਵਿੱਚ ਵੀ ਤਿਆਰ ਨਹੀਂ ਹੋਏ। ਸੋ ਉਹਨਾਂ ਨੂੰ ਸਾਰੇ ਤਸੀਹੇ, ਸਾਰੀਆਂ ਸਜ਼ਾਵਾਂ ਉਸਦਾ ਜਿਹੜਾ ਸੀ ਉਹਨਾਂ ਨੂੰ ਸਹਿਣੀਆਂ ਪਈਆਂ। ਅਤੇ ਜਹਾਂਗੀਰ ਨੇ ਬਹੁਤ ਹੀ ਸਖਤ ਹੁਕਮ ਇਹ ਕਰ ਦਿੱਤਾ ਕਿ ਉਸ ਵਕਤ ਉਹ ਜਿਹੜੇ ਸਜ਼ਾਵਾਂ ਦਿੰਦੇ ਸਨ, ਉਸ ਕਾਨੂੰਨ ਦਾ ਨਾਮ ਸੀ ਯਾਸਾ। ਸਭ ਤੋਂ ਜਿਹੜਾ ਸਖਤ ਕਾਨੂੰਨ ਸੀ ਉਹ ਯਾਸਾ ਸੀ ਕਿ ਯਾਸਾ ਦੇ ਅੰਡਰ ਸਭ ਤੋਂ ਸਖਤ ਸਜ਼ਾ ਇਸ ਗੁਰੂ ਨੂੰ ਦਿੱਤੀ ਜਾਏ। ਅਤੇ ਨਾਲ ਭੜਕਾਉਣ ਵਾਲੇ ਜਿਹੜੇ ਬੈਠੇ ਸਨ ਕਾਜ਼ੀ ਲੋਕ, ਉਹਨਾਂ ਨੇ ਵੀ ਇਹ ਕਹਿ ਦਿੱਤਾ ਕਿ ਜਦੋਂ ਕਿਸੇ ਧਾਰਮਿਕ ਪੁਰਖ ਨੂੰ ਸ਼ਹੀਦ ਕੀਤਾ ਜਾਂਦਾ ਹੈ, ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ, ਅਤੇ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਸਦੇ ਖੂਨ ਦਾ ਇੱਕ ਕਤਰਾ ਵੀ ਜ਼ਮੀਨ 'ਤੇ ਨਾ ਡੁੱਲੇ। ਜੇ ਇੱਕ ਕਤਰਾ ਵੀ ਜ਼ਮੀਨ 'ਤੇ ਡੁੱਲੇਗਾ ਤਾਂ ਉੱਥੇ ਉਹਦੇ ਵਰਗੇ ਹਜ਼ਾਰਾਂ ਬੰਦੇ ਹੋਰ ਪੈਦਾ ਹੋ ਜਾਣਗੇ। ਸੋ ਇਹ ਇੰਸਟਰਕਸ਼ਨਸ ਦੇ ਦਿੱਤੀਆਂ ਗਈਆਂ ਕਿ ਐਸੇ ਤਰੀਕੇ ਦੇ ਨਾਲ ਇਹਨਾਂ ਨੂੰ ਸਜ਼ਾ ਦਿੱਤੀ ਜਾਏ ਕਿ ਖੂਨ ਨਾ ਨਿਕਲੇ। ਸੋ ਉਹ ਸਾਰੇ ਕਾਜ਼ੀਆਂ ਨੇ ਸਲਾਹ ਕਰਕੇ ਅਤੇ ਫਿਰ ਇਹ ਗੁਰੂ ਮਹਾਰਾਜ ਦੇ ਵਾਸਤੇ ਇਹ ਸਜ਼ਾ ਤਜਵੀਜ਼ ਕੀਤੀ, ਇਹ ਸੁਜੈਸਟ ਕੀਤੀ ਰਾਜੇ ਨੂੰ ਕਿ ਫਿਰ ਇਸ ਤਰ੍ਹਾਂ ਕਰਦੇ ਹਾਂ, ਅੱਗ ਬਾਲ ਕੇ ਤਵਾ ਰੱਖ ਕੇ ਉੱਤੇ ਤਵੇ 'ਤੇ ਬਿਠਾ ਦਿੰਦੇ ਹਾਂ। ਉਹਦੇ ਨਾਲ ਕੀ ਹੋਏਗਾ, ਉਸ ਦੇ ਨਾਲ ਅੱਗ ਦੀ ਗਰਮੀ ਨਾਲ ਖੂਨ ਅੰਦਰ ਹੀ ਸੜ ਜਾਏਗਾ ਔਰ ਖੂਨ ਜਿਹੜਾ ਉਹ ਬਾਹਰ ਨਿਕਲੇਗਾ ਹੀ ਨਹੀਂ। ਇਤਨਾ ਮਹਾਰਾਜ ਨੇ ਬਿਲਕੁਲ ਕੋਈ ਵਿਰੋਧ ਨਹੀਂ ਕੀਤਾ। ਜਾਣੀ ਜਾਣ ਸਨ, ਸਰਬ ਕਲਾ ਸਮਰੱਥ ਸਨ। ਜੇ ਚਾਹੁੰਦੇ ਤਾਂ ਉਹ ਇਸ ਸਾਰੇ ਚੀਜ਼ ਨੂੰ ਟਾਲ ਸਕਦੇ ਸਨ, ਪਰ ਉਹਨਾਂ ਨੇ ਨਹੀਂ ਕੀਤਾ। ਉਹਨਾਂ ਨੇ ਹੁਕਮ ਮੰਨਣ ਦਾ ਇੱਕ ਐਗਜ਼ਾਮਪਲ ਸੈੱਟ ਕੀਤਾ ਕਿ ਗੁਰੂ ਮਹਾਰਾਜ ਦਾ ਹੁਕਮ, ਅਕਾਲ ਪੁਰਖ ਦੀ ਆਗਿਆ ਨੂੰ ਕਿਸ ਤਰ੍ਹਾਂ ਮੰਨਣਾ ਚਾਹੀਦਾ। ਸੋ ਉਹ ਜਦੋਂ ਉਹਨਾਂ ਨੂੰ ਤੱਤੀ ਤਵੀ 'ਤੇ ਬਿਠਾਇਆ ਗਿਆ ਅਤੇ ਫਿਰ ਚੰਦੂ ਔਰ ਬੀਰਬਲ ਔਰ ਦੂਸਰੇ ਜਿਹੜੇ ਮੁਸਲਮਾਨ ਸਨ ਭੜਕਾਉਣ ਵਾਲੇ, ਉਹਨਾਂ ਨੇ ਕਿਹਾ ਕਿ ਖੂਨ ਸੜ ਰਿਹਾ, ਲੇਕਿਨ ਆਖਿਰ ਖੋਪੜੀ ਫਟੇਗੀ ਅਤੇ ਫਿਰ ਖੂਨ ਬਾਹਰ ਨਿਕਲੇਗਾ, ਇਸ ਕਰਕੇ ਉੱਪਰੋਂ ਵੀ ਸੇਕ ਦਿੱਤਾ ਜਾਏ। ਸੋ ਗਰਮ ਰੇਤ ਕਰਕੇ ਸਿਰ ਦੇ ਉੱਤੇ ਪਾਈ ਗਈ ਔਰ ਉਹਨਾਂ ਦੇ ਸਿਰ ਦੇ ਉੱਪਰ ਵੀ ਰੇਤ ਪਾਈ ਗਈ ਤਾਂ ਕਿ ਸਾਰਾ ਖੂਨ ਅੰਦਰ ਹੀ ਅੰਦਰ ਸੜ ਜਾਏ ਔਰ ਇੱਕ ਵੀ ਬੂੰਦ ਜਿਹੜੀ ਉਹ ਬਾਹਰ ਨਾ ਨਿਕਲੇ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਉਸ ਅਕਾਲ ਪੁਰਖ ਦਾ ਸ਼ੁਕਰ ਕਰਦੇ ਕਰਦੇ ਚਲਤੇ ਸਾਹਿਬ ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਆਖਰੀ ਸਵਾਸ ਤੱਕ ਗੁਰੂ ਮਹਾਰਾਜ ਸਿਮਰਨ ਕਰਦੇ ਅਤੇ ਇਹ ਸ਼ਹੀਦੀ ਪ੍ਰਾਪਤ ਕਰ ਗਏ। ਹੁਣ ਸਾਡੇ ਵਾਸਤੇ ਸੋਚਣ ਵਾਲੀ ਇਹ ਗੱਲ ਹੈ ਕਿ ਇਤਨੀਆਂ ਗੱਲਾਂ ਜਿਹਨੂੰ ਸੁਣ ਕੇ, ਦੇਖ ਕੇ, ਇਤਿਹਾਸ ਵਿੱਚ ਪੜ੍ਹ ਕੇ ਸਾਡੇ ਰੌਂਗਟੇ ਖੜੇ ਹੋ ਜਾਂਦੇ ਨੇ। ਸਾਡੀ ਬੜੀ ਬਦਕਿਸਮਤੀ ਹੈ ਜਾਂ ਸਾਡੀ ਬੜੀ ਇਗਨੋਰੈਂਸ ਹੈ ਜਾਂ ਸਾਡੀ ਬੜੀ ਲਾਪਰਵਾਹੀ ਹੈ ਕਿ ਅਸੀਂ ਆਪਣੇ ਇਤਿਹਾਸ ਨੂੰ ਬੱਚਿਆਂ ਨੂੰ ਜਾਣੂ ਨਹੀਂ ਕਰਾਉਂਦੇ। ਬੱਚਿਆਂ ਤੱਕ ਅਸੀਂ ਇਹ ਗੱਲਾਂ ਕਦੀ ਪਹੁੰਚਾਉਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਜੇ ਬੱਚਿਆਂ ਨੂੰ ਇਸ ਬਾਰੇ ਦੱਸਿਆ ਜਾਏ ਤਾਂ ਉਹਨਾਂ ਨੂੰ ਮਾਣ ਹੋਏਗਾ ਕਿ ਸਾਡਾ ਵਿਰਸਾ ਕਿੰਨਾ ਅਮੀਰ ਹੈ, ਸਾਡੀ ਇਤਿਹਾਸ ਕਿੰਨਾ ਵੱਡਾ ਹੈ ਔਰ ਸਾਨੂੰ ਪਤਾ ਹੀ ਨਹੀਂ ਹੈ। ਉਹ ਹਮੇਸ਼ਾ ਮਾਣ ਕਰਨਗੇ ਕਿ ਅਸੀਂ ਗੁਰਸਿੱਖਾਂ ਦੇ ਘਰ ਜਨਮ ਲਿਆ। ਪਰ ਅਸੀਂ ਕੀ ਕਰਨੇ ਆ, ਅਸੀਂ ਕਦੀ ਬੱਚਿਆਂ ਨੂੰ ਇਹ ਗੱਲ ਦੱਸਦੇ ਹੀ ਨਹੀਂ। ਕਿੰਨੀ ਭਾਰੀ ਗਲਤੀ ਕਿ ਇਤਨੀ ਵੱਡੀ ਸ਼ਹੀਦੀ ਨੂੰ ਅਸੀਂ ਸਿਰਫ ਕੀ ਕਹਿੰਦੇ ਆ, ਸਿਰਫ ਉਸ ਨੂੰ ਛਬੀਲਾ ਵਾਲਾ ਗੁਰਪੁਰਬ ਕਹਿ ਕੇ ਅਤੇ ਗੱਲ ਖਤਮ ਕਰ ਦਿੰਦੇ ਆ। ਸੜਕਾਂ ਦੇ ਉੱਤੇ ਕਰੋੜਾਂ ਰੁਪਏ ਦੇ ਸ਼ਰਬਤ ਨਾਲੀਆਂ 'ਚ ਵਹਾਏ ਜਾਂਦੇ ਨੇ, ਲੋਕਾਂ ਨੂੰ ਪਿਲਾਏ ਜਾਂਦੇ ਨੇ। ਕੁਝ ਪੀਤਾ, ਕੁਝ ਗਵਾਇਆ, ਕੁਝ ਜ਼ਾਇਆ ਕੀਤਾ। ਔਰ ਬੱਚੇ, ਕਿਸੇ ਵੀ ਬੱਚੇ ਨੂੰ ਪੁੱਛ ਕੇ ਦੇਖ ਲਓ ਜਿਸ ਨੂੰ ਕਦੀ ਮਾਂ ਬਾਪ ਨੇ ਕੋਈ ਹਿਸਟਰੀ ਨਹੀਂ ਸੁਣਾਈ, ਉਹ ਬੱਚਾ ਇਹੀ ਕਹੇਗਾ ਛਬੀਲਾ ਵਾਲਾ ਗੁਰਪੁਰਬ ਆ ਗਿਆ, ਛਬੀਲ ਵਾਲਾ ਗੁਰਪੁਰਬ ਆ ਗਿਆ। ਇਤਨੇ ਵੱਡੇ ਗੁਰਪੁਰਬ ਨੂੰ, ਇਤਨੀ ਵੱਡੀ ਸ਼ਹੀਦੀ ਨੂੰ ਅਸੀਂ ਸਿਰਫ ਛਬੀਲ ਦਾ ਨਾਮ ਦੇ ਕੇ ਅਤੇ ਸਮਝਦੇ ਹਾਂ ਕਿ ਬੜਾ ਵੱਡਾ ਗੁਰਪੁਰਬ ਮਨਾ ਲਿਆ। ਸੋ ਕਿਰਪਾ ਕਰਕੇ ਇਸ ਪਾਸੇ ਧਿਆਨ ਦੇਣ ਦੀ ਬਹੁਤ ਲੋੜ ਹੈ। ਜੇ ਅਸੀਂ ਆਪਣੀ ਆਉਣ ਵਾਲੀ ਪਨੀਰੀ ਨੂੰ ਆਪਣੇ ਵਿਰਸੇ ਤੋਂ ਜਾਣੀ ਨਹੀਂ ਕਰਾਵਾਂਗੇ ਤਾਂ ਕੱਲ੍ਹ ਨੂੰ ਸਾਡਾ ਫਿਊਚਰ ਫਿਰ ਡਾਰਕ ਹੋ ਜਾਏਗਾ। ਫਿਰ ਉਸ ਤੋਂ ਬਾਅਦ ਇਸ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੋ ਜਾਏਗਾ, ਕਿਉਂਕਿ ਜਦ ਤੱਕ ਬੱਚਿਆਂ ਨੂੰ ਨਹੀਂ ਪਤਾ ਹੋਏਗਾ ਤਾਂ ਅਗਲੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹ ਤਾਂ ਫਿਰ ਗੁਰੂ ਤੋਂ ਬੇਮੁਖੀ ਹੋ ਜਾਏਗੀ। ਉਹਨਾਂ ਨੂੰ ਹਮੇਸ਼ਾ, ਕਿਉਂਕਿ ਗਰਮ ਹਵਾ, ਦੁਨੀਆ ਦੀ ਗਰਮ ਹਵਾ ਦਾ ਤਾਂ ਬਹੁਤ ਜ਼ਿਆਦਾ ਹੈ, ਉਸ ਦਾ ਅਸਰ ਬਹੁਤ ਜ਼ਿਆਦਾ ਹੈ। ਉਸ ਦੇ ਵਿੱਚ ਉਸ ਹਵਾ ਤੋਂ ਬਚਣ ਵਾਸਤੇ ਸਾਡੇ ਕੋਲ ਇੱਕੋ ਹੀ ਤਰੀਕਾ ਹੈ, ਗੁਰਬਾਣੀ ਅਤੇ ਗੁਰੂ ਇਤਿਹਾਸ। ਅਸੀਂ ਦੋਨੋਂ ਚੀਜ਼ਾਂ ਜਿਹੜੀਆਂ ਉਹ ਆਪਣੇ ਤੱਕ ਤਾਂ ਫਿਰ ਵੀ ਥੋੜ੍ਹੀ ਬਹੁਤ ਅਸੀਂ ਰੱਖ ਰਹੇ ਹਾਂ, ਕਿਉਂਕਿ ਸਾਡੇ ਮਾਪਿਓ ਨੇ ਸ਼ਾਇਦ ਸਾਡੇ ਅੰਦਰ ਇਹ ਚੀਜ਼ ਪਾਈ ਹੋਏਗੀ, ਲੇਕਿਨ ਅੱਗੋਂ ਆਪਣੇ ਬੱਚਿਆਂ ਤੱਕ, ਪੋਤੇ ਪੋਤੀਆਂ ਤੱਕ ਅਸੀਂ ਇਹ ਪਹੁੰਚਾਉਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ। ਔਰ ਮੈਨੂੰ ਲੱਗਦਾ ਕਿ ਅਸੀਂ ਬਹੁਤ ਵੱਡਾ ਪਾਪ ਕਰ ਰਹੇ ਹਾਂ। ਇਤਨੇ ਕੀਮਤੀ ਖਜ਼ਾਨਾ ਛੁਪਾ ਕੇ ਰੱਖ ਰਹੇ ਹਾਂ, ਬੱਚਿਆਂ ਨੂੰ ਦੱਸ ਨਹੀਂ ਰਹੇ। ਸੋ ਮੇਰੀ ਬੇਨਤੀ, ਦੋ ਹੱਥ ਜੋੜ ਹਮੇਸ਼ਾ ਹੀ ਕਹਿੰਦੇ ਹਾਂ, ਅੱਜ ਫਿਰ ਕਹਿ ਰਹੀ ਹਾਂ ਕਿ ਇਹੋ ਜਿਹੀਆਂ ਗੱਲਾਂ ਬੱਚਿਆਂ ਦੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ। ਬੱਚਿਆਂ ਨੂੰ ਕੋਲ ਬਿਠਾ ਕੇ ਕਿਸੇ ਵੇਲੇ ਥੋੜ੍ਹੀ ਬਹੁਤੀ 5, 7, 10 ਮਿੰਟ ਆਪਣੇ ਇਤਿਹਾਸ ਦੀਆਂ ਗੱਲਾਂ ਜ਼ਰੂਰ ਸੁਣਾਇਆ ਕਰੋ, ਤਾਂ ਕਿ ਉਹ ਇਤਿਹਾਸ ਨਾਲ ਜੁੜੇ ਰਹਿਣ। ਥੋੜ੍ਹਾ ਬਹੁਤ ਉਹਨਾਂ ਨੂੰ ਗੁਰਬਾਣੀ ਯਾਦ ਕਰਾਉਣ ਦੀ ਕੋਸ਼ਿਸ਼ ਕਰੋ, ਤਾਂ ਕਿ ਗੁਰਬਾਣੀ ਨਾਲ ਜੁੜੇ ਰਹਿਣ। ਇਹ ਦੋ ਹੀ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਾਡੇ ਪੰਥ ਨੂੰ ਉਚਾਈ 'ਤੇ ਲਿਜਾ ਸਕਦੀਆਂ ਨੇ। ਬਾਕੀ ਭੁੱਲਾਂ ਗਲਤੀਆਂ ਦੀ ਖਿਮਾ ਜੀ। ਸਮਾਂ ਬਹੁਤ ਹੋ ਗਿਆ, ਸੋ ਮੈਂ ਮਾफ़ੀ ਚਾਹਾਂਗੀ, ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਮਾफ़ੀ ਚਾਹੁੰਦੀ ਹਾਂ। ਬਾਕੀ ਜਿਸ ਤਰ੍ਹਾਂ ਮਹਾਰਾਜ ਕਰਨਗੇ, ਅਗਲੇ ਹਫ਼ਤੇ ਫਿਰ ਅਗਲੇ ਟੌਪਿਕ, ਕਿਸੇ ਹੋਰ ਟੌਪਿਕ ਨਾਲ ਫਿਰ ਅਸੀਂ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।